सिख सतगुरु के प्यारे हो, गावो सच्ची बाणी। बाणी तां गावो गुरु केरी, बाणिया सिर बाणी। आवो सिख सतगुरु के प्यारे हो, गावो सच्ची बाणी। बाणी तां गावो गुरु केरी, बाणिया सिर बाणी। जिनको नदर कर्म होवै, हिरदै तिना समाणी। पीवो अमृत सदा रहो हर रंग, जपिहो सारंग पाणी। कह नानक सदा गावो, एह सच्ची बाणी। पीवो अमृत सदा रहो हर रंग, जपिहो सारंग पाणी। कह नानक सदा गावो, ए सच्ची बाणी। वाहिगुरु जी का खालसा, वाहिगुरु जी की फतेह। जुग जुग अटल सतगुरु गुरगद्दी ते सुभाईमान गरीब नवाज दसां पातशाहियां दी जोत सतगुरु धन गुरु ग्रंथ साहिब जी महाराज जी दी पावन और पवित्र मुबारक अमृतमयी हजूरी विखे चरण शरण विखे संध्या वेले दे सजे होए दीवाना दी हाजरी भर रही गुरु रूप साध संगत सतगुरु जी दियां बेअंत बेअंत बख्शिशां रहमतां होईयां हन। गुरसंगत रूप च गुरु के दरबार दी हाजरी भरन दा सुभागा समा मिलिया है और गुरु घर दे सन्मान सत्कारयोग कीर्तनियां पासों पावन और पवित्र बाणी दे अमृतमयी शब्द कीर्तन प्यार सहित सत्कार सहित निता प्रति दी तरह श्रवण कीते हन। मैं निर्गुण यारे को गुण नाही, आपे तरस प्योई। धन गुरु ग्रंथ साहिब जी दे सब तो अखीर ते रागमाला अंकित है और रागमाला तो पहला ये श्लोक है। धन गुरु तेग बहादुर साहिब जी दे श्लोकां दी संपूर्णता हुंदी है गुरु ग्रंथ साहिब जी दे 1429 अंग ते और 1429 अंग ते नौवें पातशाह जी दे श्लोकां दी संपूर्णता तो बाद गुरु अर्जन देव जी महाराज जी दे ये दो शब्द हैं। एक है मुदावनी महला पंजवा, थाल विच तिन वस्तु पईओ सत संतोख विचारो, ये शब्द। और दूजे नंबर ते है ये श्लोक। गुरु ग्रंथ साहिब जियां दी पावन बाणी लिखण दी संपादना दी जदों पंचम पातशाह जी ने संपूर्णता की है ते ये अखीर दे विच अकाल पुरख वाहिगुरु जी दे शुकराने दे बचन हैं। वैसे आपां रोजाना ये शब्द सोदा रहरास च पढ़ते हाँ,
ਆਨੰਦ ਸਾਹਿਬ ਤੋਂ ਬਾਅਦ ਇਹ ਦੋਵੇਂ ਸ਼ਬਦ ਪੜ੍ਹੇ ਜਾਂਦੇ ਨੇ, ਮੁਦਾਵਣੀ ਤੇ ਫਿਰ ਸ਼ਲੋਕ। ਇਹਦੇ 'ਚ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰ ਕੀਤਾ ਹੈ ਕਿ ਮੇਰੇ ਮਾਲਕ ਜੀ ਤੁਸੀਂ ਰਹਿਮਤ ਕਰਕੇ ਇਹ ਸੇਵਾ ਲਈ ਹੈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਇਹ ਪਾਵਨ ਬਚਨ ਗੁਰਮੁਖ ਪਿਆਰਿਆਂ ਪਾਸੋਂ ਕੀਰਤਨ ਰੂਪ ਚਾਪ ਜੀ ਨੇ ਪਿਆਰ ਸਹਿਤ ਸ਼ਰਵਣ ਕੀਤੇ ਨੇ। ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਰਸਨਾ ਤੋਂ ਉਚਾਰਨ ਅੰਮ੍ਰਿਤਮਈ ਬਾਣੀ ਆਨੰਦ ਸਾਹਿਬ ਜੀ ਦੀ ਨਿਤਾ ਪ੍ਰਤੀ ਵਿਚਾਰ ਦੇ ਨਾਲ ਆਪ ਜੀ ਜੁੜਦੇ ਹੋ ਔਰ ਇਹ ਜੀਵਨ ਕਿਵੇਂ ਆਨੰਦ ਅਵਸਥਾ ਤੱਕ ਪਹੁੰਚ ਸਕਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਇਸ ਚੀਜ਼ ਤੋਂ, ਇਸ ਪੱਖ ਤੋਂ ਸਾਡੀ ਅਗਵਾਈ ਕਰ ਰਹੇ ਨੇ ਕਿ ਜਿਹੜੇ ਆਨੰਦ 'ਚ ਉਹ ਪਹੁੰਚੇ ਨੇ, ਅਸੀਂ ਉਸ ਆਨੰਦ ਤੱਕ ਕਿਵੇਂ ਪਹੁੰਚੀਏ। ਔਰ ਵੱਖ-ਵੱਖ ਪਹਿਲੂਆਂ ਦੀ ਵਿਚਾਰ ਸਤਿਗੁਰੂ ਨੇ ਇਸ ਬਾਣੀ 'ਚ ਸਾਡੇ ਸਾਹਮਣੇ ਰੱਖੀ ਹੈ। ਬਾਣੀ ਆਪ ਜੀ ਨੇ ਬੜੀ ਵਾਰ ਆਨੰਦ ਸਾਹਿਬ ਦੀ ਪੜ੍ਹੀ ਹੈ, ਕਿਉਂਕਿ ਸਾਡੇ ਰੋਜ਼ਾਨਾ ਦੇ ਨਿਤਨੇਮ ਦਾ ਇਹ ਹਿੱਸਾ ਹੈ ਪਾਵਨ ਬਾਣੀ। ਗੁਰੂ ਮਹਾਰਾਜ ਨੇ ਰਹਿਮਤ ਕੀਤੀ ਹੈ, ਹੁਣ ਇਸ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਵੀ ਇਹ ਸੁਭਾਗ ਮਿਲਿਆ ਹੈ ਸਾਨੂੰ ਸਭ ਨੂੰ। ਤੇ ਜਿਹੜੀ ਅੱਗੇ ਗੱਲ ਸਤਿਗੁਰੂ ਕਰਦੇ ਹਨ ਕਿ ਜੋ ਪੜ੍ਹਨਾ ਹੈ, ਸੁਣਨਾ ਹੈ, ਉਹਨੂੰ ਹਿਰਦੇ 'ਚ ਵਸਾਉਣਾ ਹੈ, ਉਹਨੂੰ ਜੀਵਨ ਦੇ ਅੰਦਰ ਕਮਾਉਣਾ ਹੈ। ਗੱਲ ਫਿਰ ਬਣਦੀ ਹੈ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਉਹਨਾਂ ਦਾ ਗਾਵਿਆ, ਸੁਣਿਆ, ਵਿਚਾਰਿਆ ਪ੍ਰਮਾਣ, ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ, ਹੁਕਮ ਨੂੰ ਸਤ ਕਰਕੇ ਮੰਨ ਲਿਆ ਹੈ। ਸੋ ਜ਼ਰੂਰੀ ਹੈ ਕਿ ਜੋ ਅਸੀਂ ਰੋਜ਼ ਪੜ੍ਹ ਰਹੇ ਹਾਂ, ਜੋ ਰੋਜ਼ ਵਿਚਾਰਦੇ ਹਾਂ, ਜੋ ਗੁਰੂ ਮਹਾਰਾਜ ਜੀ ਦੇ ਮੈਸੇਜ ਸਾਨੂੰ ਬਾਣੀ ਦੇ ਪਾਠ 'ਚੋਂ, ਬਾਣੀ ਦੇ ਕੀਰਤਨ 'ਚੋਂ, ਬਾਣੀ ਵਿਚਾਰ 'ਚੋਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਵਾਕ ਰੂਪ ਦੇ ਰਾਹੀਂ ਜੋ ਗੁਰੂ ਕਾ ਉਪਦੇਸ਼, ਮੈਸੇਜ, ਸੰਦੇਸ਼ ਮਿਲਦਾ ਹੈ ਨਾ, ਉਹਨੂੰ ਆਪਾਂ ਪੱਲੇ ਬੰਨੀਏ, ਉਹਨੂੰ ਆਪਾਂ ਹਿਰਦੇ 'ਚ ਧਾਰਨ ਕਰੀਏ, ਉਹਨੂੰ ਅਸੀਂ ਆਪਣੇ ਅਮਲੀ ਜੀਵਨ ਦੇ ਵਿੱਚ ਲਿਆਈਏ। ਠੀਕ ਹੈ, ਹੋ ਸਕਦਾ ਹੈ ਕਿ ਅਸੀਂ ਰੋਜ਼ ਬਹੁਤ ਪਾਠ ਕਰਦੇ ਹਾਂ, ਬਹੁਤ ਗੁਰੂ ਕਾ ਸ਼ਬਦ ਸੁਣਦੇ ਹਾਂ ਤੇ ਕਿੰਨੀਆਂ ਗੁਰੂ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਾਨੂੰ ਸੁਣਨ ਦੇ ਲਈ ਮਿਲਦੀਆਂ ਨੇ, ਔਰ ਇੱਕੋ ਵਾਰੀ ਅਸੀਂ ਇੰਨੇ ਤਿਆਰ ਨਾ ਹੋਈਏ ਕਿ ਉਹ ਸਾਰੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਅੰਦਰ ਵਸਾ ਸਕੀਏ, ਕਮਾ ਸਕੀਏ। ਪਰ ਜਿਹੜੀ ਗੱਲ ਸਤਿਗੁਰੂ ਨੇ ਕਹੀ ਹੈ, ਕਿਆ ਗੁਰ ਕਹੈ ਕਰੈ ਹਮ ਕਹਾਂ, ਸਨੇ ਸਨੇ ਮਨ ਮੋਰੋ ਤਹਾਂ। ਰੋਜ਼ ਰੋਜ਼ ਇਸ ਬਾਣੀ ਰੂਪੀ ਦਰਪਣ 'ਚੋਂ, ਸ਼ੀਸ਼ੇ 'ਚੋਂ ਆਪਣੇ ਆਪ ਨੂੰ ਵੇਖਣਾ ਜ਼ਰੂਰ ਹੈ ਕਿ ਗੁਰੂ ਕੀ ਕਹਿ ਰਹੇ ਨੇ, ਮੈਂ ਕੀ ਕਰ ਰਿਹਾ ਹਾਂ, ਮੇਰੇ ਕਰਮ ਕੀ ਨੇ, ਮੇਰੇ ਗੁਰੂ ਦਾ ਹੁਕਮ ਕੀ ਹੈ, ਤੇ ਜਿਹੜੇ ਰਸਤੇ ਤੇ ਗੁਰੂ ਸਾਨੂੰ ਤੋਰਦੇ ਨੇ ਮੈਂ ਕਿੰਨਾ ਕੁ ਉਸ ਰਸਤੇ ਤੇ ਤੁਰ ਰਿਹਾ ਹਾਂ ਜਾਂ ਕਿੰਨਾ ਕੁ ਅੱਗੇ ਵਧ ਰਿਹਾ ਹਾਂ। ਭਾਵੇਂ ਚਾਲ ਸਾਡੀ ਸਹਿਜੇ ਵੀ ਹੋਵੇ, ਜੇ ਅੱਗੇ ਵੱਧਦੇ ਰਵਾਂਗੇ ਤੇ ਇੱਕ ਦਿਨ ਮੰਜ਼ਿਲ ਤੇ ਜ਼ਰੂਰ ਪਹੁੰਚਾਂਗੇ। ਜਿਹੜੇ ਚੱਲਦੇ ਨੇ, ਲਗਾਤਾਰ ਚੱਲਦੇ ਨੇ, ਉਹ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਂਦੇ ਹਨ, ਤੇ ਜਿਹੜੇ ਚੱਲਦੇ ਨਹੀਂ ਹਨ ਉਹ ਭਾਵੇਂ ਪਛਾਣ ਨੂੰ ਨਹੀਂ ਵੀ ਜਾਂਦੇ ਪਏ, ਉਹ ਫਿਰ ਵੀ ਪਿੱਛੇ ਨੂੰ ਜਾ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਤੋਂ ਪਿੱਛੇ ਵਾਲੇ ਉਹਨਾਂ ਤੋਂ ਅੱਗੇ ਲੰਘਦੇ ਜਾਂਦੇ ਹਨ। ਚੱਲਣਾ ਹੈ ਲਗਾਤਾਰ, ਲਗਾਤਾਰ ਚੱਲਣਾ ਹੈ। ਤੇ ਉਹ ਲਗਾਤਾਰ ਚੱਲਦਿਆਂ ਤੇ ਆਪਾਂ ਉਹ ਕਹਾਣੀ ਵੀ ਪੜ੍ਹਦੇ ਹਾਂ ਕਿ ਖਰਗੋਸ਼ ਦੇ ਮਨ ਅੰਦਰ ਹੰਕਾਰ ਸੀ ਕਿ ਮੈਂ ਬੜੀ ਤੇਜ਼ ਦੌੜਦਾ ਹਾਂ ਤੇ ਜਿਹੜੀ ਮਰਜ਼ੀ ਮੰਜ਼ਿਲ ਹੋਵੇ ਮੈਂ ਸਭ ਤੋਂ ਪਹਿਲਾਂ ਪੂਰੀ ਕਰਾਂਗਾ। ਉਹ ਕੱਛੂ ਕੰਮੇ ਦੇ ਨਾਲ ਉਹਦੀ ਰੇਸ ਹੋ ਗਈ,
ਪਰ ਉਹ ਰਸਤੇ 'ਚ ਰੁਕ ਗਿਆ। ਇਸ ਗੱਲ ਦਾ ਹੰਕਾਰ ਕਿ ਕੋਈ ਨਾ ਚਾਰ ਛਾਲਾਂ ਮਾਰੀਆਂ ਆਪਾਂ ਪਹੁੰਚ ਜਾਣਾ, ਕੱਛੂ ਕੰਮੇ ਦਾ ਕੀ, ਉਹ ਤਾਂ ਕਦੋਂ ਪਹੁੰਚੇਗਾ, ਤੇ ਬਹੁਤ ਸਹਿਜੇ ਚੱਲਦਾ ਹੈ। ਪਰ ਉਹ ਕਛੂ ਕੰਮਾ ਚੱਲਦਾ ਰਿਹਾ, ਰੁਕਿਆ ਨਾ। ਤੇ ਉਹ ਜਿਹਨੂੰ ਮਾਣ ਸੀ ਕਿ ਮੈਂ ਬਹੁਤ ਤੇਜ਼ ਦੌੜਦਾ ਹਾਂ ਤੇ ਜਲਦੀ ਪਹੁੰਚ ਜਾਵਾਂਗਾ, ਰੁਕਣ ਕਰਕੇ, ਅਟਕਣ ਕਰਕੇ, ਕਾਰਨ ਕੋਈ ਵੀ ਹੋਏ, ਭਾਵੇਂ ਹੰਕਾਰ ਹੋਵੇ, ਭਾਵੇਂ ਉਹਨੇ ਆਰਾਮ ਦਾ ਬਹਾਨਾ ਜਾਂ ABC, ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਅਸੀਂ ਕੋਈ ਕਾਰਨ ਬਣਾ ਲਈਏ, ਜੇ ਅਟਕ ਗਏ ਤਾਂ ਫਿਰ ਤਾਂ ਪਿਛਾਂਹ। ਪਰ ਜੇ ਚੱਲਦੇ ਰਵਾਂਗੇ, ਚਾਲ ਬੇਸ਼ੱਕ ਕੱਛੂ ਕੰਮੇ ਵਾਲੀ ਵੀ ਹੋਵੇ, ਬੰਦਾ ਸਹਿਜੇ ਸਹਿਜੇ ਵੀ ਚੱਲਦਾ ਰਵੇ, ਤੇ ਫਿਰ ਚੱਲਦਿਆਂ ਚੱਲਦਿਆਂ ਇੱਕ ਨਾ ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਸਹਿਜੇ ਸਹਿਜੇ ਗੁਰੂ ਕੀ ਇੱਕ ਸਿੱਖਿਆ, ਇੱਕ ਬਚਨ, ਉਹਨੂੰ ਆਪਣੇ ਅੰਦਰ ਧਾਰਨ ਕਰਦੇ ਰਹੀਏ, ਵਿਚਾਰਦੇ ਰਹੀਏ ਕਿ ਕਿਆ ਗੁਰ ਕਹੈ ਕਰੈ ਹਮ ਕਹਾਂ। ਗੁਰੂ ਕੀ ਕਹਿ ਰਿਹਾ, ਮੈਂ ਕੀ ਕਰ ਰਿਹਾ ਹਾਂ, ਕੀ ਗੁਰੂ ਮਹਾਰਾਜ ਦਾ ਹੁਕਮ ਹੈ, ਕੀ ਗੁਰੂ ਦੀ ਸਿੱਖਿਆ ਹੈ। ਸਹਿਜੇ ਸਹਿਜੇ ਯਤਨ ਲਗਾਤਾਰ ਜੇ ਜਾਰੀ ਰੱਖਾਂਗੇ, ਗੁਰੂ ਦੀ ਕਿਰਪਾ ਸਦਕਾ ਜੀਵਨ ਦੀ ਮੰਜ਼ਿਲ ਨੂੰ ਅਚੀਵ ਜ਼ਰੂਰ ਕਰਾਂਗੇ, ਸਰ ਜ਼ਰੂਰ ਕਰਾਂਗੇ ਉਸ ਮਨੋਰਥ ਨੂੰ ਜਿਹਦੇ ਬਾਰੇ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਆਨੰਦ ਅਵਸਥਾ ਤੱਕ ਜ਼ਰੂਰ ਪਹੁੰਚ ਜਾਵਾਂਗੇ। ਖੈਰ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਇਸ ਬਾਣੀ ਦੀਆਂ 22 ਪੌੜੀਆਂ ਤੱਕ ਦੀ ਵਿਚਾਰ ਆਪ ਜੀ ਨੇ ਪਿਛਲਿਆਂ ਦੀਵਾਨਾਂ 'ਚ ਸ਼ਰਵਣ ਕੀਤੀ ਹੈ। ਕੱਲ੍ਹ ਭਾਈ ਸਾਹਿਬ ਜੀ ਨੇ ਆਪ ਜੀ ਦੇ ਨਾਲ 22 ਨੰਬਰ ਪੌੜੀ ਦੀ ਵਿਚਾਰ ਕੀਤੀ ਸੀ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੈ ਮੁਕਤ ਨਾ ਹੋਰਥ ਹੈ, ਕੋਈ ਪੁੱਛੋ ਬਬੇਕੀਆਂ ਜਾਏ। ਗੁਰੂ ਤੋਂ ਬੇਮੁਖ ਹੋ ਕੇ ਮੁਕਤੀ ਨਹੀਂ ਹੈ। ਬਬੇਕੀ ਭਾਵ ਜਿਹੜੇ ਚੰਗੇ ਮਾੜੇ ਦੀ ਪਰਖ ਕਰਨ ਵਾਲੇ ਹਨ, ਐਨ ਜਿਹੜੇ ਬਰੀਕੀ ਤੱਕ ਜਾ ਕੇ ਕਿਸੇ ਵਿਚਾਰ ਦੀ ਅਖੀਰਲੀ ਤਹਿ ਤੱਕ ਜਾਣ ਵਾਲੇ ਨੇ ਨਾ, ਮਹਾਰਾਜ ਕਹਿੰਦੇ ਭਾਵੇਂ ਉਹਨਾਂ ਨੂੰ ਵੀ ਪੁੱਛ ਕੇ ਵੇਖ ਲਵੋ, ਉਹ ਵੀ ਇਹੀ ਕਹਿਣਗੇ ਕਿ ਗੁਰੂ ਬਿਨਾਂ ਗਤ ਨਹੀਂ, ਗੁਰੂ ਬਿਨਾਂ ਮੁਕਤੀ ਨਹੀਂ ਹੈ। ਗੁਰੂ ਤੋਂ ਬੇਮੁਖ ਹੋ ਕੇ ਬੰਦਾ ਭਟਕਦਾ ਹੈ ਤਾਂ ਗੱਲ ਕਦੋਂ ਬਣਦੀ ਹੈ? ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਗੱਲ ਬਣਦੀ ਹੈ ਉਦੋਂ ਜਦੋਂ ਆਪਾਂ ਗੁਰੂ ਨਾਲ ਜੁੜਾਂਗੇ, ਗੁਰ ਸ਼ਬਦ ਦੇ ਨਾਲ ਜੁੜਾਂਗੇ। ਇਹ ਸਤਿਗੁਰੂ ਨੇ ਸਾਨੂੰ 2 ਪੌੜੀਆਂ ਦੇ ਰਾਹੀਂ ਸਮਝਾਇਆ ਕਿ ਗੁਰੂ ਕੇ ਸਨਮੁਖ ਹੋਣਾ ਹੈ, ਬੇਮੁਖ ਨਹੀਂ ਹੋਣਾ। ਬੇਨਤੀ ਹੈ ਭੈਣ ਜੀ, ਪਲੀਜ਼, ਬੀਬੀ ਗੁਰਮੀਤ ਕੌਰ ਜੀ, ਬੇਨਤੀ ਹੈ, ਪਲੀਜ਼ ਇੱਦਾਂ ਨਹੀਂ। 2 ਪੌੜੀਆਂ ਦੇ ਰਾਹੀਂ ਸਤਿਗੁਰੂ ਜੀ ਨੇ ਮੂਲ ਰੂਪ ਦੇ ਵਿੱਚ ਇਹੀ ਗੱਲ ਸਮਝਾਈ ਕਿ ਸਨਮੁਖ ਹੋਵੋ, ਬੇਮੁਖ ਨਾ ਹੋਵੋ। ਬੇਮੁਖ ਨੂੰ ਢੋਈ ਨਹੀਂ ਹੈ, ਠੋਕਰਾਂ ਹਨ, ਤੇ ਸਨਮੁਖ ਨੂੰ ਗੁਰੂ ਕੀ ਅਭੇਦਤਾ ਮਿਲਦੀ ਹੈ, ਕਬੂਲਤਾ ਮਿਲਦੀ ਹੈ, ਲੀਨਤਾ ਮਿਲਦੀ ਹੈ। ਇਸ ਤੋਂ ਅੱਗੇ ਇਹ ਜਿਹੜੀਆਂ 23 ਤੇ 24 ਨੰਬਰ 2 ਪੌੜੀਆਂ ਨੇ, ਇਹਦੇ 'ਚ ਮਹਾਰਾਜ ਨੇ ਬਾਣੀ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ, ਤੇ ਇੱਥੇ ਵੀ ਇੱਕ ਵਿਵੇਕਤਾ ਧਾਰਨ ਕਰਨ ਦੀ ਨਾਲ ਵਿਚਾਰ ਦਿੱਤੀ ਗਈ ਹੈ ਕਿ ਗੁਰੂ ਤੋਂ ਬਿਨਾਂ ਹੋਰ ਕੱਚੀ ਬਾਣੀ ਹੈ, ਤੇ ਆਪਾਂ ਕੱਚ ਦੇ ਨਾਲ ਨਹੀਂ ਜੁੜਨਾ ਹੈ। ਦੇਖੋ, ਸਤਿਗੁਰੂ ਨੇ ਸਾਨੂੰ ਸੱਚ ਦੇ ਧਾਰਨੀ ਬਣਾਇਆ ਹੈ, ਕਿਉਂਕਿ ਸਾਡੀ ਮੰਜ਼ਿਲ ਕੀ ਹੈ? ਸਚਿਆਰ ਬਣਨਾ। ਗੁਰੂ ਨਾਨਕ ਸਾਹਿਬ ਆਰੰਭ 'ਚ ਗੱਲ ਕਰਦੇ ਨੇ ਕਿ ਕਿਵ ਸਚਿਆਰਾਂ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਚਿਆਰ ਕਿੱਦਾਂ ਬਣੀਏ? ਤੇ ਸਚਿਆਰ ਬਣਨ ਦੇ ਲਈ ਸੱਚ ਦੇ ਧਾਰਨੀ ਬਣਨਾ ਪਵੇਗਾ। ਹਰ ਚੀਜ਼ ਸੱਚੀ ਧਾਰਨੀ ਪਵੇਗੀ, ਸੱਚ ਦੇ ਨਾਲ ਜੁੜਨਾ ਪਵੇਗਾ, ਕੱਚ ਦੇ ਨਾਲ ਨਹੀਂ, ਕੂੜ ਦੇ ਨਾਲ ਨਹੀਂ, ਸੱਚ ਦੇ ਨਾਲ ਜੁੜਨਾ ਪਵੇਗਾ, ਗੱਲ ਫਿਰ ਬਣੇਗੀ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹੀ ਗੱਲ ਸਾਨੂੰ ਕਹਿ ਰਹੇ ਨੇ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਿਉਂਕਿ ਬਾਣੀ ਉਹ ਸਾਧਨ ਹੈ ਜਿਹਦੇ ਰਾਹੀਂ ਅਸੀਂ ਆਨੰਦ ਅਵਸਥਾ ਤੱਕ ਪਹੁੰਚਣਾ ਹੈ, ਜਿਹਦੇ ਰਾਹੀਂ ਸਾਡੇ ਜੀਵਨ 'ਚੋਂ ਦੁੱਖ, ਰੋਗ, ਸੋਗ, ਮੁਸੀਬਤਾਂ, ਪਰੇਸ਼ਾਨੀਆਂ ਖਤਮ ਹੋਣੀਆਂ। ਅਖੀਰ 'ਚ ਵੀ ਮਹਾਰਾਜ ਨੇ ਇਹ ਗੱਲ ਕਹੀ ਹੈ ਕਿ ਦੁੱਖ, ਰੋਗ, ਸੰਤਾਪ ਉਤਰੈ ਸੁਣੀ ਸੱਚੀ ਬਾਣੀ। ਸੱਚੀ ਬਾਣੀ ਦੇ ਧਾਰਨੀ ਬਣਾਂਗੇ, ਜੀਵਨ 'ਚੋਂ ਦੁੱਖ, ਰੋਗ, ਸੋਗ, ਸੰਤਾਪ ਖਤਮ ਹੋਣਗੇ।
ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਵੋ ਗੁਰੂ ਕੇ ਪਿਆਰਿਓ ਸੱਚੀ ਬਾਣੀ ਦੇ ਨਾਲ ਜੁੜੋ। ਇਹਦਾ ਇੱਕ ਕਾਰਨ ਸੀ ਕਿ ਕਿਉਂ ਗੁਰੂ ਨੂੰ ਉਚੇਚੇ ਤੌਰ ਤੇ ਕਹਿਣਾ ਪਿਆ ਕਿ ਸੱਚੀ ਬਾਣੀ ਦੇ ਨਾਲ ਜੁੜੋ, ਕਿਉਂਕਿ ਉਸ ਵਕਤ ਕੁਝ ਐਸੇ ਹਾਲਾਤ ਬਣ ਚੁੱਕੇ ਸਨ ਜਦੋਂ ਕੁਝ ਲੋਕ ਆਪਣੀਆਂ ਕੱਚੀਆਂ ਕਵਿਤਾਵਾਂ ਉਚਾਰ ਰਹੇ ਸਨ, ਰਚ ਰਹੇ ਸਨ, ਤੇ ਅਖੀਰ ਤੇ ਗੁਰੂ ਨਾਨਕ ਮਹਾਰਾਜ ਜੀ ਦਾ ਨਾਮ ਲਿਖ ਦੇਣਾ, ਜਿਵੇਂ ਬਾਣੀ ਦੇ ਸ਼ਬਦਾਂ 'ਚ ਨਾਨਕ ਲਿਖਿਆ ਹੁੰਦਾ ਹੈ, ਇੱਦਾਂ ਅਖੀਰ ਤੇ ਨਾਨਕ ਸ਼ਬਦ ਆਪਣੇ ਵੱਲੋਂ ਜੋੜ ਦੇਣਾ। ਤੇ ਸੰਗਤ ਨੂੰ ਇੱਕ ਭੁਲੇਖਾ ਪੈਂਦਾ ਸੀ ਕਿ ਪਤਾ ਨਹੀਂ ਇਹ ਸ਼ਬਦ, ਇਹ ਬਾਣੀ ਗੁਰੂ ਦੀ ਉਚਾਰਨ ਕੀਤੀ ਹੈ ਜਾਂ ਕਿਸੇ ਹੋਰ ਦੀ ਉਚਾਰਨ ਕੀਤੀ ਹੋਈ ਕਵਿਤਾ। ਬਲਕਿ ਅੱਜ ਵੀ ਵੇਖੋ ਕਈ ਐਸੀਆਂ ਕਵਿਤਾਵਾਂ ਪ੍ਰਚਲਿਤ ਹਨ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਸਾਹਿਬਾਨਾਂ ਦੇ ਸ਼ਬਦ ਨਹੀਂ ਹਨ, ਪਰ ਆਮ ਸੁਣਨ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਦਾ ਹੈ ਕਿ ਇਹ ਬਾਣੀ ਦੇ ਸ਼ਬਦ ਹਨ ਕਿ ਨਹੀਂ। ਜਿਵੇਂ ਇੱਕ ਪੰਕਤੀ ਆਪਾਂ ਅਕਸਰ ਲਿਖੀ ਹੋਈ ਪੜ੍ਹਦੇ ਹਾਂ, ਨਾਨਕ ਨੀਵਾ ਜੋ ਚੱਲੈ ਲੱਗੈ ਨਾ ਤੱਤੀ ਵਾਉ। ਹੁਣ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਨਹੀਂ ਹੈ, ਗੁਰੂ ਕੀ ਬਾਣੀ ਦਾ ਸ਼ਬਦ ਨਹੀਂ ਹੈ। ਇੱਕ ਅਕਸਰ ਆਪਾਂ ਵਿਆਹਾਂ ਦੇ ਕਾਰਡਾਂ ਤੇ ਪੰਕਤੀਆਂ ਲਿਖੀਆਂ ਪੜ੍ਹਦੇ ਹਾਂ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਰਚਾਈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਨਹੀਂ ਹੈ, ਪਰ ਆਮ ਸੰਗਤ ਨੂੰ ਪਤਾ ਹੀ ਨਹੀਂ ਲੱਗਦਾ ਹੈ ਕਿ ਇਹ ਬਾਣੀ ਦਾ ਸ਼ਬਦ ਹੈ ਜਾਂ ਵੈਸੇ ਕਿਸੇ ਦੀਆਂ ਕੱਚੀਆਂ ਕਵਿਤਾਵਾਂ ਹਨ। ਇਸੇ ਤਰ੍ਹਾਂ ਹੋਰ ਵੀ ਕਈ ਪੰਕਤੀਆਂ, ਕਈ ਤੁਕਾਂ ਐਸੀਆਂ ਪ੍ਰਚਲਿਤ ਹਨ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਗੁਰੂ ਗ੍ਰੰਥ ਸਾਹਿਬ ਦਾ ਗੁਰਬਾਣੀ ਦਾ ਸ਼ਬਦ ਨਹੀਂ ਹੈ। ਸੋ ਇੱਦਾਂ ਦੀਆਂ ਬੜੀਆਂ ਉਸ ਵਕਤ ਕਵਿਤਾਵਾਂ ਰਚੀਆਂ ਜਾ ਰਹੀਆਂ ਸਨ ਤੇ ਸੰਗਤ ਦੇ ਵਿੱਚ ਬੜੀ ਦੁਬਿਧਾ ਖੜੀ ਹੋ ਰਹੀ ਸੀ। ਕਈ ਲੋਕ ਉਹਨਾਂ ਕਵਿਤਾਵਾਂ ਨੂੰ ਬਾਣੀ ਸਮਝ ਕੇ ਉਹਨਾਂ ਦੇ ਰੱਟੇ ਲਾਈ ਜਾਂਦੇ ਸਨ। ਸਤਿਗੁਰੂ ਜੀ ਨੇ ਇੱਕ ਤੇ ਸੱਚੀ ਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਆਪ ਯਤਨ ਕੀਤਾ, ਸੰਗਤ ਨੂੰ ਸੁਚੇਤ ਕੀਤਾ ਕਿ ਬਾਣੀ ਦੇ ਨਾਲ ਜੁੜਨਾ ਹੈ। ਦੂਜੇ ਨੰਬਰ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਪ੍ਰਚਾਰ ਕੇਂਦਰ ਵੀ ਸਥਾਪਿਤ ਕੀਤੇ ਗਏ ਬਾਣੀ ਦੇ ਪ੍ਰਚਾਰ, ਗੁਰਸਿੱਖੀ ਤੇ ਗੁਰਮਤਿ ਦੇ ਪ੍ਰਚਾਰ ਦੇ ਲਈ। 22 ਮੰਜੀਆਂ ਤੇ 52 ਪੀੜੇ ਭਾਵ ਸਿੱਖੀ ਪ੍ਰਚਾਰ ਦੇ 22 ਸਤਿਗੁਰੂ ਨੇ ਮੁੱਖ ਸੈਂਟਰ ਕਾਇਮ ਕੀਤੇ। ਉਹਨਾਂ ਤੋਂ ਅੱਗੇ 52 ਉਪ ਸੈਂਟਰ ਕਾਇਮ ਕੀਤੇ ਤਾਂ ਕਿ ਦੂਰ ਦੂਰ ਤੱਕ ਗੁਰਸਿੱਖੀ ਦਾ, ਗੁਰਬਾਣੀ ਦਾ, ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ। ਆਮ ਸੰਗਤ ਨੂੰ ਜੇ ਭੁਲੇਖਾ ਕਿਸੇ ਗੱਲ ਦਾ ਪਵੇ ਤੇ ਉਹ ਉਹਨਾਂ ਪ੍ਰਚਾਰਕਾਂ ਦੇ ਕੋਲ ਪ੍ਰਚਾਰ ਸੈਂਟਰਾਂ 'ਚ ਪਹੁੰਚ ਕੇ ਪਤਾ ਕਰ ਸਕਣ ਜੀ ਇਹ ਸੱਚੀ ਬਾਣੀ ਹੈ ਕਿ ਕੱਚੀ ਬਾਣੀ ਹੈ। ਤੇ ਇੱਕ ਗੁਰੂ ਮਹਾਰਾਜ ਜੀ ਦਾ ਸਿੱਖ ਸੀ ਭਾਈ ਪਾਰੋ ਜੁਲਕਾ ਜੀ, ਗੁਰਬਾਣੀ ਦਾ ਬੜਾ ਗਿਆਤਾ ਸਿੱਖ, ਨੇਮੀ ਤੇ ਪ੍ਰੇਮੀ ਸਿੱਖ, ਐਸਾ ਇਹ ਉੱਚੀ ਬਿਰਤੀ ਵਾਲਾ ਸਿੱਖ ਸੀ। ਇਹ ਸਿੱਖ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਸਦਕਾ ਆਪਣੇ ਨਗਰ ਚੋਂ 52 ਪ੍ਰਚਾਰ ਕਰਨ ਵਾਲੇ ਪ੍ਰਚਾਰਕ ਹੋਰ ਤਿਆਰ ਕੀਤੇ ਸਨ। 72 ਪ੍ਰਚਾਰਕ ਹੋਰ ਤਿਆਰ ਕੀਤੇ ਸਨ। ਇਹ ਡੱਲੇ ਪਿੰਡ ਦਾ ਰਹਿਣ ਵਾਲਾ ਸੀ। ਇਹ ਵੀ ਸੰਗਤ ਦੇ ਵਿੱਚ ਗੁਰਮਤਿ ਤੇ ਦੁਰਮਤਿ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਕਰਦਾ ਸੀ ਕਿ ਗੁਰੂ ਦਾ ਉਪਦੇਸ਼ ਕਿਹੜਾ ਹੈ ਤੇ ਮਨਮਤ ਕਿਹੜੀ ਹੈ, ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ। ਬਲਕਿ ਗੁਰੂ ਅਮਰਦਾਸ ਮਹਾਰਾਜ ਇਹਦੇ ਤੇ ਇੰਨਾ ਪ੍ਰਸੰਨ ਹੋਏ ਸਨ ਇਸ ਸਿੱਖ ਤੇ, ਇਹਨੂੰ ਸਤਿਗੁਰੂ ਜੀ ਨੇ ਪਰਮਹੰਸ ਦੀ ਉਪਾਧੀ ਦਿੱਤੀ ਸੀ ਕਿ ਤੂੰ ਸਾਡਾ ਪਰਮਹੰਸ ਹੈ। ਕਿਉਂਕਿ ਇੱਕ ਹੁੰਦਾ ਹੈ ਹੰਸ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਮਾਨ ਸਰੋਵਰ ਤੇ ਉਹਦਾ ਵਾਸਾ ਹੈ, ਔਰ ਹੰਸ ਅੰਦਰ ਇਹ ਖੂਬੀ ਹੁੰਦੀ ਹੈ ਕਿ ਜੇ ਇੱਕ, ਕਿਉਂਕਿ ਲੰਬੀ ਚੁੰਝ ਉਹਦੀ ਹੁੰਦੀ ਹੈ, ਤੇ ਜੇ ਉਹਨੇ ਦੁੱਧ ਆਦਿਕ ਉਹਨੂੰ ਪਾਇਆ ਜਾਣਾ ਹੈ ਤੇ ਸੁਰਾਹੀ ਦੇ ਵਿੱਚ, ਲੰਬੇ ਮੂੰਹ ਵਾਲੀ ਸੁਰਾਹੀ ਦੇ ਵਿੱਚ ਦੁੱਧ ਪਾ ਕੇ ਉਹਨੂੰ ਪਿਆਇਆ ਜਾਂਦਾ ਹੈ। ਤੇ ਉਹਦੀ ਚੁੰਝ ਦੇ ਅੰਦਰ ਇਹ ਖੂਬੀ ਹੈ ਕਿ ਜਿਵੇਂ ਹੀ ਉਹ ਹੰਸ ਆਪਣੀ ਚੁੰਝ ਦੁੱਧ ਤੱਕ ਪਹੁੰਚਾਉਂਦਾ ਹੈ ਤੇ ਦੁੱਧ ਇੱਕਦਮ ਫੁੱਟ ਜਾਂਦਾ ਹੈ ਤੇ ਉਹ ਦੁੱਧ ਨੂੰ ਗ੍ਰਹਿਣ ਕਰਦਾ ਹੈ ਤੇ ਪਾਣੀ ਛੱਡ ਦਿੰਦਾ ਹੈ। ਮਹਾਰਾਜ ਕਹਿਣ ਲੱਗੇ ਜਿਵੇਂ ਹੰਸ ਦੁੱਧ ਚੋਂ ਪਾਣੀ ਨੂੰ ਵੱਖਰਾ ਕਰਕੇ ਤੇ ਕੇਵਲ ਤਤ ਦੁੱਧ ਦਾ ਧਾਰ ਨਹੀਂ ਬਣਦਾ, ਪਾਣੀ ਨੂੰ ਛੱਡ ਦਿੰਦਾ ਹੈ, ਇਸੇ ਤਰ੍ਹਾਂ ਸਾਡਾ ਸਿੱਖ ਹੈ ਭਾਈ ਪਾਰੋ ਜੁਲਕਾ ਜੀ,
ਇਹਨਾਂ ਦੇ ਸਾਹਮਣੇ ਕੋਈ ਗੁਰਮਤ ਦੇ ਵਿੱਚ ਮਨ ਮਤ ਨੂੰ ਰਲਾ ਕੇ ਰੱਖ ਦੇਵੇ, ਬਾਣੀ 'ਚ ਕੱਚੀ ਬਾਣੀ ਰਲਾ ਕੇ 4 ਸ਼ਬਦ ਰੱਖ ਦੇਵੇ, ਇਹ ਸਾਡਾ ਪਰਮਹੰਸ ਸਿੱਖ ਇੱਕਦਮ ਪਛਾਣ ਲੈਂਦਾ ਹੈ ਕਿ ਗੁਰਮਤ ਕੀ ਹੈ ਤੇ ਦੁਰਮਤ ਕੀ ਹੈ, ਕੱਚੀ ਬਾਣੀ ਕਿਹੜੀ ਹੈ, ਸੱਚੀ ਬਾਣੀ ਕਿਹੜੀ ਹੈ। ਤੇ ਕੱਚ ਨੂੰ ਛੱਡ ਕੇ ਸੱਚ ਦਾ ਧਾਰਨੀ ਬਣਦਾ ਹੈ, ਮਨਮਤ ਨੂੰ ਛੱਡ ਕੇ ਗੁਰਮਤ ਦਾ ਧਾਰਨੀ ਬਣਦਾ ਹੈ। ਸੋ ਮਹਾਰਾਜ ਜੀ ਨੇ ਆਪ ਵੀ ਇਹਦੇ ਬਾਰੇ ਪ੍ਰਚਾਰ ਕੀਤਾ, ਮੰਜੀਆਂ ਤੇ ਪੀੜ੍ਹਿਆਂ ਦੇ ਰਾਹੀਂ ਤੇ ਹੋਰ ਪ੍ਰਚਾਰਕਾਂ ਦੇ ਰਾਹੀਂ ਸਿੱਖ ਸੰਗਤ ਤੱਕ ਇਹ ਵਿਚਾਰ ਪਹੁੰਚਾਈ ਗਈ ਕਿ ਜੇ ਆਨੰਦ ਅਵਸਥਾ ਤੱਕ ਪਹੁੰਚਣਾ ਹੈ, ਜੇ ਜੀਵਨ ਨੂੰ ਸਫਲ ਬਣਾਉਣਾ ਹੈ, ਫਿਰ ਨਿਰੋਲ ਸੱਚੀ ਬਾਣੀ ਦੇ ਨਾਲ ਜੁੜਨਾ ਹੈ। ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਆਵੋ ਗੁਰੂ ਕੇ ਪਿਆਰਿਓ ਬਾਣੀ ਗਾਵੋ, ਭਾਵ ਬਾਣੀ ਦੇ ਨਾਲ ਜੁੜੋ, ਗੁਰਬਾਣੀ ਦੇ ਨਾਲ ਜੁੜੋ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਕਿਹੜੀ ਬਾਣੀ ਦੇ ਨਾਲ ਜੁੜਨਾ ਹੈ? ਜਿਹੜੀ ਬਾਣੀ ਗੁਰੂ ਹੈ ਬਾਣੀ, ਜਿਹੜੀ ਬਾਣੀ ਸਤਿਗੁਰੂ ਸਹਿਬਾਨਾਂ ਦੀ ਰਸਨਾ ਦੇ ਰਾਹੀਂ ਪ੍ਰਗਟ ਹੋਈ ਹੈ, ਜਿਹੜੀ ਬਾਣੀ ਗੁਰੂ ਨੇ ਕਬੂਲ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹ ਅਸਲ ਦੇ ਵਿੱਚ ਖਸਮ ਦੀ ਬਾਣੀ ਹੈ, ਪਰਮੇਸ਼ਰ ਦੇ ਘਰ ਦਾ ਗਿਆਨ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾਲੋ। ਕਿਧਰੇ ਵੀ ਵੈਸੇ ਸਤਿਗੁਰੂ ਨੇ ਇਹ ਨਹੀਂ ਕਿਹਾ ਕਿ ਅਸੀਂ ਇਹ ਜਿਹੜੇ ਸ਼ਬਦ ਹਨ ਕੋਈ ਆਪਣੀ ਅਕਲ ਚੋਂ ਆਪਣੇ ਗਿਆਨ ਚੋਂ ਲਿਖਦੇ ਪਏ ਹਾਂ। ਉਹਨਾਂ ਨੇ ਹਮੇਸ਼ਾ ਕਿਹਾ ਹੈ ਕਿ ਇਹ ਪਰਮੇਸ਼ਰ ਦੇ ਘਰ ਦਾ ਖਜ਼ਾਨਾ ਹੈ, ਜੋ ਸਾਡੇ ਰਾਹੀਂ ਮਾਲਕ ਆਪ ਨਿਰੰਕਾਰ ਸੇਵਾ ਲੈਂਦਾ ਪਿਆ ਹੈ। ਇੱਕ ਬਚਨ ਆਪਾਂ ਮੁੱਖ ਵਾਕ ਰੂਪ ਚ ਪੜ੍ਹਦੇ ਹਾਂ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ, ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਤੋਂ ਆਈ ਹੋਈ ਬਾਣੀ ਹੈ, ਜਿਹੜੀ ਬਾਣੀ ਦੇ ਨਾਲ ਜੁੜ ਕੇ ਸਾਡੇ ਜੀਵਨ ਦੀਆਂ ਚਿੰਤਾਵਾਂ ਮੁੱਕ ਸਕਦੀਆਂ ਨੇ। ਕਿਉਂਕਿ ਜੇ ਜੀਵਨ 'ਚ ਚਿੰਤਾ ਹੈ ਤੇ ਬੰਦਾ ਆਨੰਦ ਨਹੀਂ ਮਾਣ ਸਕਦਾ ਹੈ। ਵੇਖੋ ਘਰ 'ਚ ਵਿਆਹ ਵੀ ਹੋਏ ਤੇ ਜੇ ਕਿਸੇ ਗੱਲ ਦੀ ਚਿੰਤਾ ਹੈ, ਮੰਨ ਲਵੋ ਕੋਈ ਬੰਦੇ ਨੇ ਪ੍ਰਬੰਧ ਕੀਤਾ ਹੈ ਕਈ ਚੀਜ਼ਾਂ ਦਾ, ਇੱਕ ਕੰਮ ਵੀ ਅਜੇ ਵਿੱਚ ਹੈ ਜਿਹੜਾ ਪੂਰਾ ਨਹੀਂ ਹੋਇਆ ਹੈ, ਬਾਕੀ ਸਾਰਾ ਪ੍ਰਬੰਧ ਹੈ, ਵਿਹੜੇ 'ਚ ਐਨ ਰੌਣਕ ਲੱਗੀ ਹੋਈ ਹੈ, ਪਰ ਜਿਹੜਾ ਘਰ ਦਾ ਮੁਖੀ ਸਾਰਾ ਪ੍ਰਬੰਧ ਕਰ ਰਿਹਾ ਹੈ, ਉਹਦੇ ਮਨ ਅੰਦਰ ਚਿੰਤਾ ਹੈ ਕਿ ਅਜੇ ਉਹ ਕੰਮ ਨਹੀਂ ਹੋਇਆ ਹੈ। ਘਰ 'ਚ ਰੌਣਕ ਹੋਣ ਦੇ ਬਾਵਜੂਦ ਵੀ ਬੰਦਾ ਉਹ ਆਨੰਦ ਰੌਣਕ ਮਾਣ ਨਹੀਂ ਸਕਦਾ, ਖੇੜਾ ਮਾਣ ਨਹੀਂ ਸਕਦਾ ਹੈ। ਕਿਸੇ ਵੀ ਗੱਲ ਦੀ ਕੋਈ ਇੱਕ ਛੋਟੀ ਤੋਂ ਛੋਟੀ ਚਿੰਤਾ ਸਾਨੂੰ ਖੁਸ਼ ਨਹੀਂ ਹੋਣ ਦਿੰਦੀ ਹੈ, ਸੁਖੀ ਨਹੀਂ ਹੋਣ ਦਿੰਦੀ ਹੈ, ਆਨੰਦ ਨਹੀਂ ਮਾਣਨ ਦਿੰਦੀ ਹੈ। ਮਹਾਰਾਜ ਕਹਿੰਦੇ ਇਹ ਜਿਹੜੀ ਬਾਣੀ ਹੈ ਨਾ, ਇਹ ਸਾਡੇ ਜੀਵਨ ਦੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਲੀ ਹੈ। ਕਿਉਂਕਿ ਆਨੰਦ ਮਾਣਨ ਦੇ ਲਈ, ਆਨੰਦ ਅਵਸਥਾ ਤੱਕ ਪਹੁੰਚਣ ਦੇ ਲਈ ਜੀਵਨ 'ਚੋਂ ਚਿੰਤਾਵਾਂ ਦਾ ਖਤਮ ਹੋਣਾ ਬੜਾ ਜ਼ਰੂਰੀ ਹੈ। ਛੋਟੀ ਤੋਂ ਛੋਟੀ ਚਿੰਤਾ ਵੀ ਸਾਡੇ ਤੇ ਆਨੰਦ ਅਵਸਥਾ ਦੇ ਵਿੱਚ ਰੁਕਾਵਟ ਬਣ ਸਕਦੀ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਸਾਰੀਆਂ ਚਿੰਤਾਵਾਂ ਮਿਟਾਉਣ ਵਾਲੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਅਚਲ ਬਟਾਲੇ ਵਿਖੇ ਸਨ, ਸ਼ਿਵਰਾਤਰੀ ਦੇ ਮੇਲੇ ਤੇ ਸਤਿਗੁਰੂ ਇੱਥੇ ਪਹੁੰਚੇ ਹਨ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲਾ ਆਈ ਤੇ ਸਿੱਧ ਜੋਗੀ ਵੀ ਅਕਸਰ ਸ਼ਿਵਰਾਤਰੀ ਦੇ ਮੇਲੇ ਤੇ ਇੱਥੇ ਜ਼ਰੂਰ ਪਹੁੰਚਿਆ ਕਰਦੇ ਸਨ। ਆਪਣੀਆਂ ਆਪਣੀਆਂ ਗੱਦੀਆਂ ਲਾ ਕੇ ਉਹਨਾਂ ਨੇ ਬਹਿ ਜਾਣਾ। ਜਿੰਨੇ ਲੋਕ ਇੱਥੇ ਮੇਲਾ ਵੇਖਣ ਦੇ ਲਈ ਆਉਂਦੇ ਸਨ, ਉਹਨਾਂ ਨੇ ਸਿੱਧਾਂ ਦੇ ਕੋਲ ਜਾਣਾ, ਭੇਟਾਵਾਂ ਆਦਿਕ ਭੇਟ ਕਰਨੀਆਂ, ਉਹਨਾਂ ਦੇ ਕੋਲ ਬਹਿਣਾ। ਤੇ ਇਸ ਵਾਰ ਗੁਰੂ ਨਾਨਕ ਮਹਾਰਾਜ ਜਦੋਂ ਇੱਥੇ ਪਹੁੰਚੇ ਹਨ ਤੇ ਇਹ ਕਰੀਬਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੇ ਅਖੀਰਲੇ ਸਮੇਂ ਦੀਆਂ ਬਾਤਾਂ ਹਨ। ਉਦੋਂ ਤੱਕ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਤੇ ਹੈ ਹੀ ਖਾਸ ਤੌਰ ਤੇ ਮਾਝੇ ਦਾ ਇਲਾਕਾ ਸੀ।
ਤੇ ਗੁਰੂ ਨਾਨਕ ਮਹਾਰਾਜ ਜੀ ਦੇ ਸਹੁਰੇ ਵੀ ਉੱਥੇ ਬਟਾਲੇ ਵਿਖੇ ਨੇੜੇ ਹੀ ਮਹਾਰਾਜ ਨੇ ਕਰਤਾਰਪੁਰ ਨਗਰ ਵਸਾਇਆ। ਇੱਧਰ ਸੁਲਤਾਨਪੁਰ ਲੋਧੀ ਵੀ ਸਤਿਗੁਰੂ ਬੜਾ ਲੰਬਾ ਸਮਾਂ ਰਹੇ ਸਨ। ਸੋ ਇਹ ਇਲਾਕੇ ਦੇ ਲੋਕ ਗੁਰੂ ਨਾਨਕ ਜੀ ਦੇ ਨਾਲ ਜੁੜੇ ਹੋਏ ਸਨ, ਗੁਰੂ ਨਾਨਕ ਜੀ ਦੀਆਂ ਵਡਿਆਈਆਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ। ਹੁਣ ਜਦੋਂ ਮਹਾਰਾਜ ਇੱਥੇ ਪਹੁੰਚੇ, ਸਿੱਧ ਪਹੁੰਚੇ, ਹਮੇਸ਼ਾ ਦੀ ਤਰ੍ਹਾਂ ਕਈਆਂ ਵਰਿਆਂ ਤੋਂ ਆਉਂਦੇ ਸਨ ਆਪਣੀ ਪੂਜਾ ਮੰਨਤਾ ਦੇ ਲਈ, ਤੇ ਸਾਰੇ ਲੋਕ ਗੁਰੂ ਨਾਨਕ ਮਹਾਰਾਜ ਦੇ ਕੋਲ ਇਕੱਤਰ ਹੋਏ। ਸਿੱਧਾਂ ਵਾਲੇ ਪਾਸੇ ਗਿਆ ਕੋਈ ਨਾ, ਤੇ ਸਿੱਧਾਂ ਨੇ ਫਿਰ ਉੱਥੇ ਭਾਈ ਗੁਰਦਾਸ ਜੀ ਕਹਿੰਦੇ ਆਪਣੇ ਵੱਲੋਂ ਬੜੀਆਂ ਕਰਾਮਾਤਾਂ ਵਿਖਾਉਣ ਦੀ ਕੋਸ਼ਿਸ਼ ਕੀਤੀ। ਕਾਰਨ ਕੀ ਸੀ ਕਿ ਅਸੀਂ ਕੁਝ ਇਦਾਂ ਦਾ ਵੱਖਰਾ ਵਿਖਾਵਾਂਗੇ, ਲੋਕ ਗੁਰੂ ਨਾਨਕ ਮਹਾਰਾਜ ਦੇ ਦਰਬਾਰ ਚੋਂ ਉੱਠ ਕੇ ਇੱਕਦਮ ਬਾਹਰ ਸਾਡੇ ਵਾਲੇ ਪਾਸੇ ਆ ਜਾਣਗੇ। ਅਕਸਰ ਇਦਾਂ ਹੁੰਦਾ ਵੀ ਹੈ। ਹੁਣੇ ਕੋਈ ਬਾਹਰ ਕੋਈ ਐਸਾ ਵੱਖਰੀ ਜੀ ਗੱਲ ਵਰਤੇ, ਅੱਧੇ ਜਲਦੀ ਦੇ ਨਾਲ ਭੱਜ ਕੇ ਬਾਹਰ ਵਾਲੇ ਪਾਸੇ ਜਾਂਦੇ, ਉੱਧਰ ਪਤਾ ਨਹੀਂ ਕੀ ਹੋ ਗਿਆ, ਉੱਧਰ ਵੇਖ ਲਓ ਪਹਿਲਾਂ। ਹੁਣ ਸਿੱਧਾਂ ਨੇ ਇਦਾਂ ਬੜਾ ਕੁਝ ਅਨਹੋਣੀਆਂ ਗੱਲਾਂ ਕਰਕੇ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕ ਸਾਰੇ ਸਾਡੇ ਵਾਲੇ ਪਾਸੇ ਆਉਣ। ਪਰ ਜਿੰਨੇ ਲੋਕ ਗੁਰੂ ਨਾਨਕ ਮਹਾਰਾਜ ਜੀ ਦੀ ਹਜ਼ੂਰੀ 'ਚ ਚਰਨਾਂ 'ਚ ਬੈਠੇ ਸਨ, ਇੱਕ ਵੀ ਉੱਠ ਕੇ ਉੱਧਰ ਉਹਨਾਂ ਵਾਲੇ ਪਾਸੇ ਨਹੀਂ ਗਿਆ। ਸਿੱਧ ਬੜੇ ਹੈਰਾਨ। ਹੁਣ ਨਾ ਗੁਰੂ ਨਾਨਕ ਉੱਧਰ ਗਏ, ਨਾ ਕੋਈ ਹੋਰ ਲੋਕ ਉਹਨਾਂ ਵਾਲੇ ਪਾਸੇ ਗਿਆ। ਅਖੀਰ ਸਿੱਧਾਂ ਨੂੰ ਹੀ ਹਾਰ ਕੇ ਗੁਰੂ ਨਾਨਕ ਜੀ ਦੇ ਕੋਲ ਆਉਣਾ ਪਿਆ। ਤੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੂੰ ਕਹਿਣ ਲੱਗੇ, ਜੀ ਤੁਸੀਂ ਕਿਹੜੀ ਜਗਤ ਨੂੰ ਕਰਾਮਾਤ ਵਿਖਾਈ ਹੈ ਕਿ ਸਾਰੇ ਦੇ ਸਾਰੇ ਲੋਕ ਤੁਹਾਡੇ ਕੋਲ ਹੀ ਹਨ। ਅਸੀਂ ਇੰਨੀਆਂ ਕਰਾਮਾਤਾਂ ਵਿਖਾ ਦਿੱਤੀਆਂ, ਫਿਰ ਵੀ ਸਾਡੇ ਵਾਲੇ ਪਾਸੇ ਕੋਈ ਨਹੀਂ ਆਇਆ। ਕਿਹੜੀ ਕਰਾਮਾਤ ਤੁਸੀਂ ਵਿਖਾਈ ਹੈ? ਤੇ ਉੱਥੇ ਮਹਾਰਾਜ ਨੇ ਬਾਣੀ ਦੀ ਗੱਲ ਕੀਤੀ, ਸੰਗਤ ਦੀ ਗੱਲ ਕੀਤੀ। ਭਾਈ ਗੁਰਦਾਸ ਸਾਹਿਬ ਕਹਿੰਦੇ ਮਹਾਰਾਜ ਜੀ ਨੇ ਇਹੀ ਬਚਨ ਕਹੇ ਸਨ ਕਿ ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਹੁਣ ਮਹਾਰਾਜ ਕਹਿਣ ਲੱਗੇ, ਵੇਖੋ ਤੁਸੀਂ ਠੀਕ ਹੈ ਇਹ ਬਾਹਰ ਦੀਆਂ ਕਰਾਮਾਤਾਂ ਬੜੀਆਂ ਵਿਖਾਈਆਂ, ਪਰ ਇਹ ਲੋਕ ਇੱਥੇ ਧਰਮ ਕੇਂਦਰ ਅੰਦਰ ਕੋਈ ਰੰਗ ਤਮਾਸ਼ੇ ਵੇਖਣ ਦੇ ਲਈ ਨਹੀਂ ਆਏ ਹਨ। ਇਹ ਤੇ ਅੰਦਰ ਦੀ ਸੰਤੁਸ਼ਟੀ ਤੇ ਤ੍ਰਿਪਤੀ ਹਾਸਲ ਕਰਨ ਦੇ ਲਈ ਆਏ ਨੇ। ਇਹ ਤੇ ਆਪਣੀਆਂ ਚਿੰਤਾਵਾਂ ਤੋਂ ਮੁਕਤੀ ਪਾਉਣ ਦੀ ਇੱਕ ਇੱਛਾ ਤੇ ਇੱਕ ਆਸ ਦੇ ਨਾਲ ਆਏ ਹਨ। ਤੇ ਤੁਹਾਡੀਆਂ ਕਰਾਮਾਤਾਂ ਕੁਝ ਵਕਤ ਦਾ ਮਨ ਪਰਚਾਵਾ ਤੇ ਹੋ ਸਕਦੀਆਂ ਨੇ, ਪਰ ਇਹਨਾਂ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹਨਾਂ ਪਰੇਸ਼ਾਨੀਆਂ ਦਾ ਹੱਲ ਨਹੀਂ ਹਨ। ਪਰੇਸ਼ਾਨੀਆਂ ਉੱਥੇ ਦੀਆਂ ਉੱਥੇ ਹੀ ਖੜੀਆਂ ਹਨ। ਮਨ ਦੀਆਂ ਚਿੰਤਾਵਾਂ ਉੱਥੇ ਦੀਆਂ ਉੱਥੇ ਹੀ ਖੜੀਆਂ ਨੇ। ਮਨ ਦੀ ਭਟਕਣਾ ਉੱਥੇ ਦੀ ਉੱਥੇ ਹੀ ਖੜੀ ਹੈ। ਤੇ ਅਸੀਂ ਇਹਨਾਂ ਨੂੰ ਉਹ ਰੱਬੀ ਗਿਆਨ ਦਿੰਦੇ ਪਏ ਹਾਂ, ਜਿਹੜਾ ਗਿਆਨ ਇਹਨਾਂ ਦੇ ਜੀਵਨ ਦੀਆਂ ਚਿੰਤਾਵਾਂ ਖਤਮ ਕਰਨ ਵਾਲਾ ਹੈ, ਜਿਹੜਾ ਗਿਆਨ ਇਹਨਾਂ ਦੇ ਮਨ ਦੀ ਭਟਕਣਾ ਨੂੰ ਖਤਮ ਕਰਨ ਵਾਲਾ, ਜੀਵਨ ਦੇ ਦੁੱਖ ਖਤਮ ਕਰਨ ਵਾਲਾ ਹੈ। ਤੇ ਉਹ ਗਿਆਨ ਹੈ ਬਾਣੀ ਰੂਪ ਦੇ ਵਿੱਚ। ਪਾਤਸ਼ਾਹ ਕਹਿਣ ਲੱਗੇ, ਇਸ ਕਰਕੇ ਬਾਣੀ ਤੋਂ ਬਿਨਾ ਹੋਰ ਸਾਡੇ ਕੋਲ ਕੋਈ ਕਰਾਮਾਤ ਨਹੀਂ ਹੈ। ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਤੇ ਉਹ ਭਾਈ ਗੁਰਦਾਸ ਸਾਹਿਬ ਕਹਿੰਦੇ ਜਦੋਂ ਕੁਝ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬਹਿ ਕੇ ਤੇ ਸਿੱਧਾਂ ਨੇ ਵੀ ਬਾਣੀ ਦੇ ਸ਼ਬਦ ਸੁਣੇ, ਤੇ ਸਿੱਧਾਂ ਨੇ ਵੀ ਹੱਥ ਜੋੜ ਕੇ ਕਹਿ ਦਿੱਤਾ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਮਹਾਰਾਜ ਤੁਹਾਡੀ ਵਾਕਿਆ ਕਮਾਈ ਵੱਡੀ ਹੈ, ਕਿਉਂਕਿ ਤੁਹਾਡੇ ਕੋਲ ਉਹ ਬਾਣੀ ਦਾ ਖਜ਼ਾਨਾ ਹੈ, ਉਹ ਰੱਬੀ ਗਿਆਨ ਹੈ, ਜਿਹੜਾ ਗਿਆਨ ਜੀਵਨ ਨੂੰ ਸਕੂਨ ਦੇਣ ਵਾਲਾ, ਜੀਵਨ ਨੂੰ ਆਨੰਦ ਦੇਣ ਵਾਲਾ ਹੈ। ਤੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਜੇ ਆਨੰਦ ਅਵਸਥਾ ਤੱਕ ਪਹੁੰਚਣਾ ਹੈ ਫਿਰ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਸਿਰਮੌਰ ਬਾਣੀ, ਸਿਰਮੌਰ ਵਿਚਾਰ ਹੈ, ਸਿਰਮੌਰ ਬੋਲ ਹਨ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ। ਇੱਕ ਹੈ ਬਾਣੀ ਦਾ ਪਾਠ ਕਰਨਾ, ਜੋ ਆਪਾਂ ਅਕਸਰ ਕਰਦੇ ਹਾਂ, ਰੋਜ਼ ਕਰਦੇ ਹਾਂ। ਬਾਣੀ ਨੂੰ ਗਾਉਣਾ, ਬਾਣੀ ਨੂੰ ਸੁਣਨਾ। ਪਰ ਬਹੁਤ ਵਾਰੀ ਕੀ ਹੁੰਦਾ ਹੈ, ਬੰਦਾ ਬਾਣੀ ਦਾ ਪਾਠ ਕਰ ਰਿਹਾ ਹੈ, ਸੁਣ ਰਿਹਾ ਹੈ, ਗਾ ਰਿਹਾ ਹੈ, ਪਰ ਅੰਦਰ ਬਿਲਕੁਲ ਖੋਖਲਾ ਪਾਣੀ ਹੁੰਦਾ ਹੈ, ਖਾਲੀ ਪਾਣੀ ਹੁੰਦਾ ਹੈ। ਉਹ ਹੁਣ ਅੰਦਰ ਬਾਣੀ ਰੂਹ ਤੱਕ, ਹਿਰਦੇ ਤੱਕ, ਮਨ ਤੱਕ, ਅੰਤਰ ਆਤਮੇ ਤੱਕ ਕਿੱਦਾਂ ਸਮਾ ਸਕਦੀ ਹੈ? ਉਹ ਜਿਹੜੀ ਅਵਸਥਾ ਗੁਰੂ ਕਹਿੰਦੇ ਨੇ ਨਾ, ਗੁਰਮੁਖ ਰੋਮ ਰੋਮ ਹਰ ਧਿਆਵੈ,
ਉਹ ਅਵਸਥਾ ਕਿੱਦਾਂ ਬਣ ਸਕਦੀ ਹੈ? ਜਤਨ ਸਾਡਾ, ਉਦਮ ਸਾਡਾ ਹੈ, ਬਾਕੀ ਬਖਸ਼ਿਸ਼ ਰਹਿਮਤ ਉਸ ਕਰਤੇ ਦੀ ਹੈ। ਜਿੰਨੀ ਦੇਰ ਤੱਕ ਮਾਲਕ ਦੀ ਰਹਿਮਤ ਨਹੀਂ ਹੈ ਓਨੀ ਦੇਰ ਤੱਕ ਉਹ ਖੇਡ ਨਹੀਂ ਬਣ ਸਕਦੀ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਨਾ, ਵਾਰ-ਵਾਰ ਗੁਰਪ੍ਰਸਾਦ, ਕਿਰਪਾ, ਨਦਰ, ਰਹਿਮਤ, ਬਖਸ਼ਿਸ਼ ਦੇ ਸ਼ਬਦ ਆਉਂਦੇ ਨੇ। ਸਤਿਗੁਰੂ ਕਿਵੇਂ ਅਰਦਾਸਾਂ ਦੇ ਰੂਪ ਦੇ ਵਿੱਚ ਮਾਲਕ ਅੱਗੇ ਬੇਨਤੀਆਂ ਜੋਦੜੀਆਂ ਕਰਦੇ ਨੇ, ਤੁਮ ਕਰੋ ਦਇਆ ਮੇਰੇ ਸਾਈਂ, हे दाता रहमत कर, किन्ने ही मैं ताण दीवान तू है मेरे स्वामी, मैं तुद आगे अरदास मैं होर थाऊं नाही, जिस पै करूं बेनंती मेरा दुख सुख तुझ ही पास। किन्ने ही शब्द काम क्रोध अर लोभ मोह बिन सजाए अमेव, नानक प्रभ सरनागति कर प्रसाद गुर। प्रसाद का मतलब है किरपा। सो महाराज कहते जिन को नदर कर्म होवै, जिन्हां ते वाहिगुरू दी नदर वरतदी है, कर्म भाव बख्शिश जिन्हां ते वरतदी है ना, हिरदै तिन्हां समाणी, उन्हां दे हिरदे च बाणी समा जांदी है। पर वेखो ओहदे लई ये नहीं कि बंदा हुण जतन ही कोई ना करे जी रब दी रहमत होएगी आपे हिरदे च बाणी वस जाएगी, नहीं, असीं जतन लगातार जारी रखना है। जिवें ज्ञानी पंथ विद्वान संत सिंह जी मस्कीन अक्सर एक बचन करते सन कि वाहिगुरू ते एक वार भी बंदा कवे ते पार उतारा हो जाता है। कि बाणी च भी ते सतगुरु कहते एक चित जे एक छिन ध्यायो, काल पास के बीच ना आयो, किनका एक जिस जीव सावै ताकि महिमा गणी ना आवे। पर कहते वो एक किणके तक पहुँचण दे लई सानू लगातार जतन की लोड़ है, लगातार जपण की लोड़ है, ध्यान की लोड़ है। ध्याउंदियां ही किते वो किणका अंदर वरतना है। ये नहीं कि बस असी कहिए जो ही इको ही किणका चुकीए तो अंदर वरत जाए, नहीं, वो लगातार जतन करदियां करदियां कोई किणका दाते दी रहमत सदका अंदर वरत गया तो समझो नानक नदरी नदर निहाल, फिर जीवन की खेड सफल है। सो जतन आपां लगातार करना, बाणी दे नाल जुड़े रहना है। आपे दाते दी जदों रहमत वरतनी है वो ओहदे हत्थ है। एक जगंदे ना लैण, एक ना सुत्तियां दे उठाल। जदों रहमत वरतनी ओनू ही पता है उन्हें कदों रहमत वरताउणी है, कदों ओदी बख्शिश वरत जानी। जिन को नदर कर्म होवै हिरदै तिन्हां समाणी, पीवो अमृत सदा रहो हर रंग, जपियो सारंग पानी। देखो पिछली पंक्ति च महाराज ने कहा जदों ओदी रहमत वरतनी फिर बाणी हिरदे च वसनी है, ते अगली पंक्ति च नाल ही महाराज ने उस शंके नूं भी साडे मन चों कढ़ दिता कि बंदा बैठा रहे कि जदों रहमत वरतेगी उदों आपे बाणी अंदर वरत जाएगी। नहीं, महाराज कहंदे पीवो अमृत सदा रहो हर रंग, तुसी लगातार बाणी नाम शब्द दे रंग दे विच रंगे रवो ते बाणी रूप अमृत नूं हमेशा धारण करते रहो। असी हमेशा जुड़े रहना है। दिन राती आराधी प्यारे, निमख ना कीजा ढीला। पातशाह कहते एक निमख एक खिन दे लई भी तू ढिल नहीं वरताउणी, क्योंकि कोई पता नहीं है रहमत उदों ही वरतनी होवे जदों तू ढिला पै गया। जिवें किसी ने कहानी बड़ी प्यारी लिखी है कि किसी सियाणे ने किसी भोले जे बंदे नूं कह दिता कि 24 घंटियां च एक समा ते ऐसा जरूर आउंदा है जदों बंदे दी रब सुनदा है, एक समा जरूर बनदा। कहंदा ठीक है जी, देख लैने हाँ। वो लकड़ दा टुकड़ा सी, शतीर पिया सी। कहण लगा जी फिर हुण मैं लगातार रब अगे बेनती करनी है, इनू सोने दा बना दवो, सोने दा बना दवो, वेने समा आएगा। लग गया सवेर तो कहण, कहंदा शामां पै गईयां। शाम तक अक गया कि हुण सवेर दा कह रहा शामां पै गईयां, ये हो ही नहीं रहा है। अखीर खिजिया कहण लगा जे लकड़ सोने दा नहीं बनना तो लोहे दा ही बन जा। तो कहंदे उसे खिन ही बन गया। वो खैर वो खिन आउणा सी, बस उदों सुरत भटक गई तो गल विगड़ गई। गुरु हरगोबिंद साहब ने कहा सी कोई बाणी दा पाठ सुनावे, जो मंगेगा मिलेगा। सुनाण तां लग गया भाई गोपाला, पर जदों गुरु सिंघासन ही खाली करन लग पे कि हाँ इनू ते सिंघासनां ते ही गुरु नानक जी वाले ते बिठा देना, वो मन भटक गया ते गल घोड़े ते आ अटकी।
ਸੋ ਅਸੀਂ ਯਤਨ ਲਗਾਤਾਰ ਕਰਨਾ ਹੈ। ਰਹਿਮਤ ਉਹਦੀ ਹੈ, ਉਹਨੂੰ ਪਤਾ ਉਹਨੇ ਕਦੋਂ ਵਰਤਾਉਣੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਤੁਸੀਂ ਜੁੜੇ। ਸਾਡਾ ਜੋ ਕਰਮ ਹੈ ਉਹ ਅਸੀਂ ਕਰਨਾ ਹੈ, ਜੋ ਰੱਬ ਦੀ ਬਖਸ਼ਿਸ਼ ਹੈ ਉਹ ਰੱਬ ਦੇ ਹੱਥ ਹੈ, ਉਹਦੇ ਤੇ ਸਾਡਾ ਹੁਕਮ ਨਹੀਂ ਚੱਲ ਸਕਦਾ। ਨਾਨਕ ਹੁਕਮ ਨਾ ਚੱਲੇ ਨਾਲ ਖਸਮ ਕੀਚੇ ਅਰਦਾ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਪਾਤਸ਼ਾਹ ਕਹਿੰਦੇ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ। ਸਾਰੰਗ ਪਾਣੀ ਦਾ ਭਾਵ ਹੈ ਧਨੁਖ ਧਾਰੀ ਪਰਮਾਤਮਾ। ਮਹਾਰਾਜ ਕਹਿੰਦੇ ਉਹਨੂੰ ਜਪੋ ਹਮੇਸ਼ਾ, ਬਾਣੀ ਦੇ ਨਾਲ ਜੁੜ ਕੇ ਨਾਮ ਅੰਮ੍ਰਿਤ ਦਾ ਰਸ ਪੀਵੋ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਕਹਿੰਦੇ ਸਦਾ ਹੀ ਗਾਵੋ ਸੱਚੀ ਬਾਣੀ ਨੂੰ, ਸੱਚੀ ਬਾਣੀ ਦੇ ਨਾਲ ਜੁੜੋ। ਇਦੋਂ ਅਗਲੀ ਪੌੜੀ 'ਚ ਮਹਾਰਾਜ ਨੇ ਕੱਚੀ ਬਾਣੀ ਦੇ ਬਾਰੇ ਸਾਨੂੰ ਸਮਝਾਇਆ ਹੈ, ਉਹ ਆਪਾਂ ਕੱਲ ਨੂੰ ਵਿਸਥਾਰ ਸਹਿਤ ਵਿਚਾਰ ਸਾਂਝੀ ਕਰਾਂਗੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰਾਂ ਦੀ ਅਗਾਧ ਬੋਧ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਅਣਜਾਣ ਦਾਸਰਾ ਸਮਝਦਿਆਂ ਨਾ ਚਿਤਾਰਨੀਆਂ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।